ਆਪਾਂ ਪਿਛਲੇ 4 ਸਾਲਾਂ ਦੀ ਗੱਲ ਕੀਤੀ ਜਾਵੇ ਐਸੇ ਕਿਹੜੇ ਕੰਮ ਸੀ ਜਿਹੜੇ ਆਪਾਂ ਪ੍ਰੋਮਿਸ ਕੀਤੇ ਸੀ ਤੇ ਉਹ ਆਪਾਂ ਨੇਪਰੇ ਚਾੜਤੇ ਤੇ ਕੀ ਰਹਿ ਗਿਆ ਜੀ? देखो जी मैं अपनी ਮੌਲਟਨ ਦੀ ਗੱਲ ਕਰਾਂ, ਮਿਸਾਗਾ ਮੌਲਟਨ ਦੀ ਗੱਲ ਕਰਾਂ, ਉਹਦੇ ਵਿੱਚ ਸਭ ਤੋਂ ਵੱਡਾ ਇਸ਼ੂ ਜਿਹੜਾ ਸਾਨੂੰ ਅਸੀਂ ਆਇਆ ਸੀਗਾ ਉਹ ਇਹ ਸੀਗਾ ਕਿ ਪੂਰੇ ਪੀਰ ਰੀਜਨ 'ਚ ਹਰ ਹਾਈ ਸਕੂਲ ਦੇ ਵਿੱਚ ਸਾਡਾ ਟਰੈਕ ਐਂਡ ਫੀਲਡ ਹੁੰਦਾ, ਸਪੋਰਟਸ ਫੈਸਿਲਿਟੀ ਹੁੰਦੀ ਹੈ। ਉਸੇ ਤਰੀਕੇ ਨਾਲ ਜਦ ਅਸੀਂ ਬੱਚਿਆਂ ਦੀ ਗੱਲ ਕਰੀਏ, ਸਾਡੇ ਜਿਹੜੇ ਇਸ ਮੁਲਕ ਦੇ ਵਿੱਚ ontario ਦੇ ਵਿੱਚ ਗੱਲ ਕਰੀਏ, ਬੱਚਿਆਂ ਨੂੰ ਬਹੁਤ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈਗੀ ਹੈ। ਪਰ ਮੌਲਟਨ ਇੱਕ ਇਕੱਲੀ ਇਹੋ ਜਿਹੀ ਜਗ੍ਹਾ ਸੀ ਜਿਹਦੇ ਵਿੱਚ 2 ਹਾਈ ਸਕੂਲ ਸੀ, ਦੋਨਾਂ ਵਿੱਚ ਹੀ ਸਪੋਰਟਸ ਫੈਸਿਲਿਟੀ ਨਹੀਂ ਸੀਗੀ। So I'm thankful to Premier Ford. We got one done. ਇਸ ਤੋਂ ਇਲਾਵਾ ਮੌਲਟਨ ਦੀ ਗੱਲ ਕਰੀਏ, ਇਹਦੇ ਵਿੱਚ ਪੁਲਿਸ ਸਟੇਸ਼ਨ ਦੀ ਬੜੀ ਵੱਡੀ ਡਿਮਾਂਡ ਸੀਗੀ, ਉਹ ਬੰਦ ਹੋ ਗਿਆ ਸੀਗਾ ਥੈਂਕਸ ਟੂ ਦ ਕਮਿਊਨਿਟੀ। ਆਈ ਵੁੱਡ ਰਾਦਰ ਸੇ ਕਿ ਕਮਿਊਨਿਟੀ ਨੇ ਮਿਹਨਤ ਕੀਤੀ, ਕਮਿਊਨਿਟੀ ਇਕੱਠੀ ਹੋ ਕੇ ਆਈ ਔਰ ਉਹ ਵਾਪਸ ਆਇਆ ਹੈਗਾ। ਪ੍ਰੋਵਿੰਸ ਦੀ ਗੱਲ ਕਰੀਏ, 2004 ਤੋਂ ਲੈ ਕੇ 2018 ਤੱਕ ਆਲਮੋਸਟ 3 ਲੱਖ ਜੌਬਸ ਛੱਡ ਕੇ ਚਲੀ ਗਈਆਂ ਸੀ ਪ੍ਰੋਵਿੰਸ ਦੇ ਵਿੱਚ। ਔਰ ਅੱਜ ਦੇ ਦਿਨ ਇਹ ਹਾਲਾਤ ਹੈਗੇ ਥੈਂਕਸ ਟੂ ਦ ਪਾਲਿਸੀਜ਼ ਆਫ ਪ੍ਰੀਮੀਅਰ ਫੋਰਡ ਕਿ 3,36,000 ਜੌਬਸ ਖਾਲੀ ਪਈਆਂ ਨੇ, ਜਿਨ੍ਹਾਂ ਨੂੰ ਅਸੀਂ ਭਰਨ ਵਾਸਤੇ ਸਾਨੂੰ ਬੰਦੇ ਦੀ ਜ਼ਰੂਰਤ ਹੈਗੀ ਹੈ। ਇੰਨੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਚਾਹੇ ਘਰ ਨੂੰ ਲੈ ਲਈਏ, ਗੱਡੀਆਂ ਨੂੰ ਲੈ ਲਈਏ, ਕਿਸੇ ਚੀਜ਼ ਨੂੰ, ਉਹਦੇ ਲਈ ਆਪਣੀ ਗਵਰਨਮੈਂਟ ਕੀ ਕਰ ਰਹੀ ਹੈ? ਡੈਫੀਨੇਟਲੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ, ਅਫੋਰਡੇਬਿਲਿਟੀ ਇਜ਼ ਅ ਬਿਗ ਇਸ਼ੂ। ਉਹਦੇ 'ਚ ਜਿਹੜੇ ਪਹਿਲਾਂ ਤਾਂ ਗੈਸ ਦੇ ਪ੍ਰਾਈਸਿਸ ਘਟਾਏ ਜਾ ਰਹੇ ਨੇ 5 ਸੈਂਟ ਤੋਂ ਅਪਰੋਕਸੀਮੇਟਲੀ। ਇਸ ਤੋਂ ਇਲਾਵਾ 1.5 ਮਿਲੀਅਨ ਘਰ ਬਣਾਏ ਜਾਣਗੇ ਅਗਲੇ 10 ਸਾਲਾਂ ਦੇ ਵਿੱਚ। ਇਸ ਤੋਂ ਇਲਾਵਾ ਜਿਹੜੇ 50,000 ਤੱਕ ਜਿਨ੍ਹਾਂ ਦੀ ਇਨਕਮ ਹੈਗੀ ਹੈ, ਉਹਨਾਂ ਤੋਂ 0 ਟੈਕਸ ਹੋਏਗਾ। ਸੋ ਇਹ ਕੁਝ ਕੰਮ ਕੀਤੇ ਜਾ ਰਹੇ ਨੇ। ਦ ਲਿਸਟ ਇਜ਼ ਲੌਂਗ, ਤੁਸੀਂ ਪੂਰਾ ਬਜਟ ਪੜ੍ਹੋ ਤੇ ਉਹਦੇ 'ਚ ਯੂ ਵਿਲ ਸੀ ਇਟ ਐਂਡ ਆਈ ਐਮ ਹੈਪੀ ਟੂ ਹੈਵ ਅ ਕਨਵਰਸੇਸ਼ਨ ਸੈਪਰੇਟਲੀ। ਔਰ ਜਿਵੇਂ ਕਿ ਸਾਡੇ ਮਿਨਿਸਟਰ ਆਫ ਫਾਈਨੈਂਸ ਨੇ ਵੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਕੋਈ ਵੀ ਬੂਟਾ ਤੁਸੀਂ ਲਾਉਂਦੇ ਹੋ ਉਹ ਪਹਿਲਾਂ ਵੱਧਦਾ ਹੈਗਾ, ਫਿਰ ਉਹਦੇ 'ਚ ਬਿਫੋਰ ਇਟ ਗਿਵਸ ਛਾਂ ਦੇਣ ਤੋਂ ਪਹਿਲਾਂ, ਬਿਫੋਰ ਫਲਾਵਰਸ ਆਉਣ ਤੋਂ, ਬਿਫੋਰ ਫਰੂਟ ਦੇਣ ਤੋਂ ਪਹਿਲਾਂ ਵੀ ਮੇਕ ਸ਼ੋਰ ਦੈਟ ਉਹ ਵੱਡਾ ਹੋਵੇ। ਸੋ ਥਿੰਗਸ ਸਟਿਲ ਨੀਡ ਟੂ ਗੈਟ ਡਨ and we are on the track to get things done. ਜੇ ਪਬਲਿਕ ਆਪਾਂ ਨੂੰ ਦੁਬਾਰਾ ਜੀ ਮੌਕਾ ਦਿੰਦੀ ਹੈ, ਅਗਲੇ ਜਿਹੜੀ ਸਰਕਾਰ ਆਪਣੀ ਦੁਬਾਰਾ ਫੇਰ ਬਣਾਉਂਦੀ ਹੈ, ਇਹੋ ਜਿਹੇ ਕਿਹੜੇ ਕੰਮ ਆ ਜਿਹੜੇ ਪ੍ਰਾਇੋਰਟੀ ਦੇ ਉੱਪਰ ਫਸਟ ਪਹਿਲਾਂ ਹੀ ਕੀਤੇ ਜਾਣਗੇ? ਦੇਖੋ ਜੀ, ਉਹਨਾਂ ਦੀ ਲਿਸਟ ਬਹੁਤ ਲੰਬੀ ਹੈਗੀ ਹੈ। ਸਭ ਤੋਂ ਪ੍ਰਾਇੋਰਟੀ ਜਿਹੜੀ ਪਹਿਲੀ ਗੱਲ ਤੁਹਾਨੂੰ ਮੈਂ ਕੀ ਹੈਗੀ, ਇਲੈਕਟ੍ਰੀਕਲ ਵਹੀਕਲਸ ਜਿਹੜੀ ਹੈਗੀ ਉਹਦੀ ਮੈਨੂਫੈਕਚਰਿੰਗ ਕੀਤੀ ਜਾਣੀ ਚਾਹੀਏ ਹੋਏਗੀ, ਉਹਦੀ ਬੈਟਰੀ ਦੀ ਮੈਨੂਫੈਕਚਰਿੰਗ ਇੱਥੇ ਹੋਏਗੀ ਤਾਂ ਕਿ ਹੋਰ ਜੌਬਸ ਕ੍ਰੀਏਟ ਹੋ ਸਕਣ। ਪੈਂਡੈਮਿਕ ਹੋ ਕੇ ਹਟਿਆ ਹੈਗਾ, ਉਹ ਪ੍ਰੋਵਿੰਸ ਨੂੰ ਓਪਨ ਕੀਤਾ ਜਾਏਗਾ। ਤੋ ਇਹ ਬਹੁਤ ਕੁਝ ਕੀਤਾ ਜਾਏਗਾ। ਅਫੋਰਡੇਬਿਲਿਟੀ ਦੀ ਗੱਲ ਕੀਤੀ ਹੈ, ਉਹ ਵੀ ਇੱਕ ਪ੍ਰਾਇੋਰਟੀ 'ਤੇ ਦਿੱਤਾ ਜਾਏਗਾ ਕਿ ਜਿਹੜੀ ਲੋਕਾਂ ਦੀ ਕਾਸਟ ਆਫ ਲਿਵਿੰਗ ਘਟਾਈ ਜਾਏ, ਨਵੇਂ ਘਰ ਬਣਾਏ ਜਾਣ, ਹੋਰ ਇਮੀਗ੍ਰੈਂਟ ਬੁਲਾਏ ਜਾਣ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਅਸੀਂ ਮਿਸੀਸਾਗਾ ਮਾਲਟਨ ਏਰੀਆ ਦੇ ਵਿੱਚ ਖੜੇ ਹਾਂ, ਜਿੱਥੇ ਐਮਪੀਪੀ ਦੀਪਕ ਆਨੰਦ ਨੇ ਜਿਹੜੇ ਰੀ-ਇਲੈਕਟ ਹੋਣ ਜਾ ਰਹੇ ਨੇ, ਉਹਨਾਂ ਨੇ ਅੱਜ ਆਪਣੇ ਜਿਹੜੇ ਆਫਿਸ ਦੀ ਆਪਣੇ ਲਾਂਚ ਕੀਤਾ ਜੀ, ਜਿੱਥੇ ਦੁਬਾਰਾ ਸਾਰੀ ਕੰਪੇਨਿੰਗ ਹੋਏਗੀ। ਅਸੀਂ ਉਹਨਾਂ ਤੋਂ ਪੁੱਛਦੇ ਹਾਂ ਜਿਹੜੇ ਬਿਤਲੇ। ਪਹਿਲਾਂ ਤਾਂ ਦੀਪਕ ਜੀ, ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਡੇਲੀ ਪੋਸਟ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਪੰਜਾਬ 'ਚ, ਇੰਡੀਆ 'ਚ ਵੀ ਮੌਕਾ ਮਿਲਿਆ ਹੈਗਾ, ਇੱਥੇ ਵੀ ਤੁਸੀਂ ਆਏ ਹੈਗੇ ਹੋ। ਸੋ ਇਹ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਵੀ ਆਪਾਂ ਇਲੈਕਸ਼ਨ ਜਿਹੜਾ ਹੈਗਾ ਉਹ 2 ਜੂਨ ਨੂੰ ਹੈਗਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜਾ ਆਪਣਾ ਅਸੀਂ ਸਾਰਾ ਸਾਲ ਪੜ੍ਹਾਈ ਕਰਦੇ ਹਾਂ, ਉਸ ਤੋਂ ਉਹ ਜਿਹੜਾ ਐਗਜ਼ਾਮ ਹੁੰਦਾ ਉਹ ਦੱਸਦਾ ਹੈਗਾ ਕਿ ਉਹ ਪੜ੍ਹਾਈ ਕਿੰਨੀ ਵਧੀਆ ਕੀਤੀ ਹੈਗੀ ਹੈ। ਸੋ ਸਾਡਾ ਜਿਵੇਂ ਕਿ ਐਗਜ਼ਾਮ ਹੈਗਾ 2 ਜੂਨ ਨੂੰ। ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ, ਬਹੁਤ ਸਾਥ ਦਿੱਤਾ ਔਰ ਉਮੀਦ ਕਰਦੇ ਹਾਂ ਉਹੀ ਬਲੈਸਿੰਗਸ ਕੰਟੀਨਿਊ ਰਹਿਣਗੀਆਂ। ਜੇ ਦੀਪਕ ਜੀ ਆਪਾਂ ਪਿਛਲੇ 4 ਸਾਲਾਂ ਦੀ ਗੱਲ ਕੀਤੀ ਜਾਵੇ, ਐਸੇ ਕਿਹੜੇ ਕੰਮ ਸੀ ਜਿਹੜੇ ਆਪਾਂ ਪ੍ਰੋਮਿਸ ਕੀਤੇ ਸੀ ਤੇ ਉਹ ਆਪਾਂ ਨੇਪਰੇ ਚਾੜਤੇ ਤੇ ਕੀ ਰਹਿ ਗਿਆ ਜੀ? ਦੇਖੋ, ਜਿਹੜੀ ਮੈਂ ਆਪਣੀ ਮੌਲਟਨ ਦੀ ਗੱਲ ਕਰਾਂ, ਮਿਸਾਗਾ ਮੌਲਟਨ ਦੀ ਗੱਲ ਕਰਾਂ, ਉਹਦੇ ਵਿੱਚ ਸਭ ਤੋਂ ਵੱਡਾ ਇਸ਼ੂ ਜਿਹੜਾ ਸਾਨੂੰ ਅਸੀਂ ਆਇਆ ਸੀਗਾ ਉਹ ਇਹ ਸੀਗਾ ਕਿ ਪੂਰੇ ਪੀਰ ਰੀਜਨ 'ਚ ਹਰ ਹਾਈ ਸਕੂਲ ਦੇ ਵਿੱਚ ਸਾਡਾ ਟਰੈਕ ਐਂਡ ਫੀਲਡ ਹੁੰਦਾ, ਸਪੋਰਟਸ ਫੈਸਿਲਿਟੀ ਹੁੰਦੀ ਹੈ, ਜਿਹੜੀ ਇੱਕ ਨਾਰਮਲ ਜੀ ਚੀਜ਼ ਹੈਗੀ ਹੈ। ਤੁਸੀਂ ਇਹ ਸੋਚੋ ਕਿ ਕਿਵੇਂ ਕਹਿ ਦਈਏ
ਕਿ ਅਸੀਂ ਜਦ ਟੂਟੀ ਖੋਲ੍ਹਦੇ ਹਾਂ ਉਸ 'ਚੋਂ ਪਾਣੀ ਆਉਣਾ ਚਾਹੀਦਾ ਹੈ, ਅਸੀਂ ਸਵਿਚ ਓਪਨ ਕਰਦੇ ਹਾਂ ਤਾਂ ਲਾਈਟ ਆਉਣੀ ਚਾਹੀਦੀ ਹੈ। ਉਸੇ ਤਰੀਕੇ ਨਾਲ ਜਦ ਅਸੀਂ ਬੱਚਿਆਂ ਦੀ ਗੱਲ ਕਰੀਏ, ਸਾਡੇ ਜਿਹੜੇ ਇਸ ਮੁਲਕ ਦੇ ਵਿੱਚ ontario ਦੇ ਵਿੱਚ ਗੱਲ ਕਰੀਏ, ਬੱਚਿਆਂ ਨੂੰ ਬਹੁਤ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈਗੀ ਹੈ। ਪਰ ਸਮਾਲਟਨ ਇੱਕ ਇਕੱਲੀ ਇਹੋ ਜਿਹੀ ਜਗ੍ਹਾ ਸੀ ਜਿਹਦੇ 'ਚ 2 ਹਾਈ ਸਕੂਲ ਸੀ, ਦੋਨਾਂ ਵਿੱਚ ਹੀ ਸਪੋਰਟਸ ਫੈਸਿਲਿਟੀ ਨਹੀਂ ਸੀਗੀ। ਸੋ ਆਈ ਐਮ ਥੈਂਕਫੁਲ ਟੂ ਪ੍ਰੀਮੀਅਰ ਫੋਰਡ, ਵੀ ਗਾਟ ਵਨ ਡਨ ਐਂਡ ਦੂਸਰੇ ਦੀ ਅਗੇ ਕਨਵਰਸੇਸ਼ਨ ਚੱਲ ਰਹੀ ਹੈਗੀ ਹੈ। ਸੋ ਉਹਦੀ ਵੀ ਉਮੀਦ ਕਰਦੇ ਹਾਂ ਕਿ ਔਰ ਆਉਂਦੇ ਦਿਨਾਂ ਦੇ ਵਿੱਚ ਯੂ ਵਿਲ ਸੀ ਦ ਚੇਂਜ। ਸੋ ਇੱਕ ਕਾਰ ਹੈਗਾ। ਇਸ ਤੋਂ ਇਲਾਵਾ ਮਾਲਟਨ ਦੀ ਗੱਲ ਕਰੀਏ, ਇਹਦੇ ਵਿੱਚ ਪੁਲਿਸ ਸਟੇਸ਼ਨ ਦੀ ਬੜੀ ਵੱਡੀ ਡਿਮਾਂਡ ਸੀਗੀ, ਉਹ ਬੰਦ ਹੋ ਗਿਆ ਸੀਗਾ ਥੈਂਕਸ ਟੂ ਦ ਕਮਿਊਨਿਟੀ। ਆਈ ਵੁੱਡ ਰਾਦਰ ਸੇ ਕਿ ਕਮਿਊਨਿਟੀ ਨੇ ਮਿਹਨਤ ਕੀਤੀ, ਕਮਿਊਨਿਟੀ ਇਕੱਠੀ ਹੋ ਕੇ ਆਈ ਔਰ ਉਹ ਵਾਪਸ ਆਇਆ ਹੈਗਾ। ਜਿਵੇਂ ਕਿ ਆਪਾਂ ਨੂੰ ਪਤਾ ਹੈਗਾ ਕਿ ਮਾਲਟਨ ਦੇ ਵਿੱਚ ਬਹੁਤ ਸਾਰੇ ਨਿਊ ਕੈਨੇਡੀਅਨ ਆਉਂਦੇ ਰਹਿੰਦੇ ਨੇ। ਸੋ ਉਹ ਨਿਊ ਕੈਨੇਡੀਅਨ ਜਿਹੜੇ ਨੇ ਉਹ ਆਪਣੀ ਸਰਵਿਸ ontario ਸਾਡਾ ਉੱਥੇ ਨਹੀਂ ਹੈਗਾ, ਉਹਨਾਂ ਨੂੰ ਆਪਣਾ ਹੈਲਥ ਕਾਰਡ ਬਣਵਾਉਣ ਵਾਸਤੇ ਜਾਂ ਫਿਰ ਉਹ ਕੋਈ ਆਪਣਾ ਲਾਇਸੈਂਸ ਬਣਵਾਉਣ ਵਾਸਤੇ ਜਾਂ ਕੋਈ ਹੋਰ ਹੈਗੀ ਸਰਵਿਸਿਜ਼ ਲੈਣ ਵਾਸਤੇ ਦੂਰ ਜਾਣਾ ਪੈਂਦਾ ਹੈਗਾ। ਸੋ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ। ਸੋ ਦੈਟਸ ਦ ਪੈਂਡਿੰਗ ਵਰਕ। ਸੋ ਇਹ ਕੁਛ ਚੀਜ਼ਾਂ ਹੈਗੀਆਂ। ਇਸ ਤੋਂ ਇਲਾਵਾ ਪ੍ਰੋਵਿੰਸ ਦੀ ਗੱਲ ਕਰੀਏ, 2004 ਤੋਂ ਲੈ ਕੇ 2018 ਤੱਕ ਆਲਮੋਸਟ 3 ਲੱਖ ਜੌਬਸ ਛੱਡ ਕੇ ਚਲੀ ਗਈਆਂ ਸੀ ਪ੍ਰੋਵਿੰਸ ਦੇ ਵਿੱਚ। ਔਰ ਅੱਜ ਦੇ ਦਿਨ ਇਹ ਹਾਲਾਤ ਹੈਗੀ ਹੈ ਥੈਂਕਸ ਟੂ ਦ ਪਾਲਿਸੀਜ਼ ਆਫ ਪ੍ਰੀਮੀਅਰ ਫੋਰਡ ਕਿ 3,36,000 ਜੌਬਸ ਖਾਲੀ ਪਈਆਂ ਨੇ, ਜਿਨ੍ਹਾਂ ਨੂੰ ਅਸੀਂ ਭਰਨ ਵਾਸਤੇ ਸਾਨੂੰ ਬੰਦੇ ਦੀ ਜ਼ਰੂਰਤ ਹੈਗੀ ਹੈ। ਆਪਣੇ ਕਮਿਊਨਿਟੀ ਦੇ ਵਿੱਚ ਜਿਵੇਂ ਆਪਾਂ ਨੂੰ ਪਤਾ ਹੈ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਇਸ਼ੂ ਰਿਹਾ ਹੈਗਾ। ਸੋ ਉਹਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ OINP ਪ੍ਰੋਗਰਾਮ, ਜਿਹਦੇ 'ਚ ਨੋਮੀਨੀ ਪ੍ਰੋਗਰਾਮ ਹੈਗਾ। ਉਹਦੇ ਵਿੱਚ ਅਪਰੋਕਸੀਮੇਟਲੀ ਪਾਇਲਟ ਪ੍ਰੋਜੈਕਟ ਹੈਗਾ, ਜਿਹਦੇ 'ਚ 100 ਲੋਕਾਂ ਨੂੰ ਲਿਆਇਆ ਜਾਏਗਾ, ਉਹਨਾਂ ਨੂੰ ਇੱਥੇ ਬਿਜ਼ਨਸ ਸੈੱਟ ਕਰਨ ਦੇ ਵਿੱਚ ਮਦਦ ਕੀਤੀ ਜਾਏਗੀ। ਅਗਲੇ 3 ਸਾਲਾਂ ਦੇ ਵਿੱਚ $15 ਮਿਲੀਅਨ ਉਸੀ ਪ੍ਰੋਗਰਾਮ ਦੇ ਉੱਤੇ ਹੋਰ ਲਗਾਇਆ ਜਾਏਗਾ ਤਾਂ ਕਿ ਦੁਨੀਆ ਤੋਂ ਦੂਸਰੇ ਮੁਲਕਾਂ ਤੋਂ ਵਧੀਆ ਲੋਕ ਆ ਕੇ ਇੱਥੇ ਇਨਵੈਸਟ ਕਰ ਸਕਣ, ਇੰਪਲੋਇਮੈਂਟ ਕ੍ਰੀਏਟ ਕਰ ਸਕਣ, ਖੁਦ ਵੀ ਵਧਣ ਤੇ ਸਾਡੇ ਪ੍ਰੋਵਿੰਸ ਨੂੰ ਵੀ ਵਧਾਉਣ ਜੀ। ਜੇ ਆਪਾਂ ਗੱਲ ਕੀਤੀ ਜਾਵੇ ਜੀ, ਜਿਹੜੀ ਇਸ ਵੇਲੇ ਸਭ ਤੋਂ ਜ਼ਿਆਦਾ ਮੁੱਦਾ ਮਹਿੰਗਾਈ ਦਾ ਜੀ, ਇੰਨੀਆਂ ਕੁ ਚੀਜ਼ਾਂ ਮਹਿੰਗੀਆਂ ਹੋ ਗਈਆਂ, ਚਾਹੇ ਘਰ ਨੂੰ ਲੈ ਲਈਏ, ਗੱਡੀਆਂ ਨੂੰ ਲੈ ਲਈਏ, ਕਿਸੇ ਚੀਜ਼ ਨੂੰ, ਉਹਦੇ ਲਈ ਆਪਣੀ ਗਵਰਨਮੈਂਟ ਕੀ ਕਰ ਰਹੀ ਹੈ? ਡੈਫੀਨਿਟਲੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ, ਅਫੋਰਡੇਬਿਲਿਟੀ ਇਜ਼ ਅ ਬਿਗ ਇਸ਼ੂ। ਉਹਦੇ 'ਚ ਜਿਹੜੇ ਪਹਿਲਾਂ ਤਾਂ ਗੈਸ ਦੇ ਪ੍ਰਾਈਸਿਸ ਘਟਾਏ ਜਾ ਰਹੇ ਨੇ 5 ਸੈਂਟ ਤੋਂ ਅਪਰੋਕਸੀਮੇਟਲੀ। ਇਸ ਤੋਂ ਇਲਾਵਾ 1.5 ਮਿਲੀਅਨ ਘਰ ਬਣਾਏ ਜਾਣਗੇ ਅਗਲੇ 10 ਸਾਲਾਂ ਦੇ ਵਿੱਚ। ਇਸ ਤੋਂ ਇਲਾਵਾ ਜਿਹੜੇ 50,000 ਤੱਕ ਜਿਨ੍ਹਾਂ ਦੀ ਇਨਕਮ ਹੈਗੀ ਹੈ ਉਹਨਾਂ ਤੋਂ 0 ਟੈਕਸ ਹੋਏਗਾ। ਸੋ ਇਹ ਕੁਝ ਕੰਮ ਕੀਤੇ ਜਾ ਰਹੇ ਨੇ। ਦ ਲਿਸਟ ਇਜ਼ ਲੌਂਗ। ਤੁਸੀਂ ਪੂਰਾ ਬਜਟ ਪੜ੍ਹੋ ਤੇ ਉਹਦੇ 'ਚ ਯੂ ਵਿਲ ਸੀ ਇਟ ਐਂਡ ਆਈ ਐਮ ਹੈਪੀ ਟੂ ਹੈਵ ਅ ਕਨਵਰਸੇਸ਼ਨ ਸੈਪਰੇਟਲੀ ਅੱਜ, ਕਿਉਂਕਿ ਪੂਰੀ ਕਮਿਊਨਿਟੀ ਇਕੱਠੀ ਹੋਈ ਹੈ ਐਂਡ ਆਈ ਹੈਵ ਟੂ ਸਪੈਂਡ ਦ ਟਾਈਮ ਵਿਦ ਦੈਮ, ਬਟ ਦੇਰ ਆਰ ਲੋਟ ਆਫ ਥਿੰਗਸ ਬੀਇੰਗ ਡਨ। ਔਰ ਜਿਵੇਂ ਕਿ ਸਾਡੇ ਮਿਨਿਸਟਰ ਆਫ ਫਾਈਨੈਂਸ ਨੇ ਵੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਕੋਈ ਵੀ ਬੂਟਾ ਤੁਸੀਂ ਲਾਉਂਦੇ ਹੋ ਉਹ ਪਹਿਲਾਂ ਵੱਧਦਾ ਹੈਗਾ, ਫਿਰ ਉਹਦੇ 'ਚ ਬਿਫੋਰ ਇਟ ਗਿਵਸ ਛਾਂ ਦੇਣ ਤੋਂ ਪਹਿਲਾਂ, ਬਿਫੋਰ ਫਲਾਵਰਸ ਆਉਣ ਤੋਂ, ਬਿਫੋਰ ਫਰੂਟ ਦੇਣ ਤੋਂ ਪਹਿਲਾਂ ਵੀ ਮੇਕ ਸ਼ੋਰ ਦੈਟ ਉਹ ਵੱਡਾ ਹੋਵੇ। ਸੋ ਥਿੰਗਸ ਸਟਿਲ ਨੀਡ ਟੂ ਗੈਟ ਡਨ ਐਂਡ ਵੀ ਆਰ ਔਨ ਦ ਟਰੈਕ ਟੂ ਗੈਟ ਥਿੰਗਸ ਡਨ। ਤੇ ਜੇ ਪਬਲਿਕ ਆਪਾਂ ਨੂੰ ਦੁਬਾਰਾ ਜੀ ਮੌਕਾ ਦਿੰਦੀ ਹੈ, ਅਗਲੇ ਜਿਹੜੀ ਸਰਕਾਰ ਆਪਣੀ ਦੁਬਾਰਾ ਫੇਰ ਬਣਾਉਂਦੀ ਹੈ, ਇਹੋ ਜਿਹੇ ਕਿਹੜੇ ਕੰਮ ਆ ਜਿਹੜੇ ਪ੍ਰਾਇੋਰਟੀ ਦੇ ਉੱਪਰ ਫਸਟ ਪਹਿਲਾਂ ਹੀ ਕੀਤੇ ਜਾਣਗੇ? ਦੇਖੋ ਜੀ, ਉਹਨਾਂ ਦੀ ਲਿਸਟ ਬਹੁਤ ਲੰਬੀ ਹੈਗੀ ਹੈ। ਸਭ ਤੋਂ ਪ੍ਰਾਇੋਰਟੀ ਜਿਹੜੀ ਪਹਿਲੀ ਗੱਲ ਤੁਹਾਨੂੰ ਮੈਂ ਕੀ ਹੈਗੀ, ਇਲੈਕਟ੍ਰੀਕਲ ਵਹੀਕਲਸ ਜਿਹੜੀ ਹੈਗੀ ਉਹਦੀ ਮੈਨੂਫੈਕਚਰਿੰਗ ਕੀਤੀ ਜਾਣੀ ਚਾਹੀਏ ਹੋਏਗੀ, ਉਹਦੀ ਬੈਟਰੀਜ਼ ਦੀ ਮੈਨੂਫੈਕਚਰਿੰਗ ਇੱਥੇ ਹੋਏਗੀ ਤਾਂ ਕਿ ਹੋਰ ਜੌਬਸ ਕ੍ਰੀਏਟ ਹੋ ਸਕਣ। ਇਸ ਤੋਂ ਇਲਾਵਾ ਜਿਹੜੇ ਸਾਨੂੰ ਮੈਂ ਤੁਹਾਨੂੰ ਦੱਸਿਆ 3,36,000 ਜੌਬਸ ਖਾਲੀ ਪਈਆਂ ਨੇ, ਲੋਕਾਂ ਨੂੰ ਟ੍ਰੇਨ ਕੀਤਾ ਜਾਏਗਾ ਤਾਂ ਕਿ ਉਹ ਉਹਨਾਂ ਜੌਬਸ ਨੂੰ ਭਰ ਕੇ ਕਮਿਊਨਿਟੀ ਦੀ ਸਰਵਿਸ ਕਰ ਸਕਣ, ਪ੍ਰੋਵਿੰਸ ਦੀ ਸਰਵਿਸ ਕਰ ਸਕਣ। ਇਸ ਤੋਂ ਇਲਾਵਾ ਜਿਹੜਾ ਪੈਂਡੈਮਿਕ ਹੋ ਕੇ ਹਟਿਆ ਹੈਗਾ ਉਹ ਪ੍ਰੋਵਿੰਸ ਨੂੰ ਓਪਨ ਕੀਤਾ ਜਾਏਗਾ। ਤੋ ਇਹ ਬਹੁਤ ਕੁਝ ਕੀਤਾ ਜਾਏਗਾ। ਅਫੋਰਡੇਬਿਲਿਟੀ ਦੀ ਗੱਲ ਕੀਤੀ ਹੈ, ਉਹ ਵੀ ਇੱਕ ਪ੍ਰਾਇੋਰਟੀ 'ਤੇ ਲਿੱਤਾ ਜਾਏਗਾ ਕਿ ਜਿਹੜੀ ਲੋਕਾਂ ਦੀ ਕਾਸਟ ਆਫ ਲਿਵਿੰਗ ਘਟਾਈ ਜਾਏ, ਨਵੇਂ ਘਰ ਬਣਾਏ ਜਾਣ, ਹੋਰ ਇਮੀਗ੍ਰੈਂਟ ਬੁਲਾਏ ਜਾਣ। ਸੋ ਇਹ ਪ੍ਰਾਇੋਰਟੀਜ਼ ਹੋਣਗੀਆਂ। ਜੇ ਆਪਾਂ ਗੱਲ ਕਰੀਏ ਜੀ, ਜਿਹੜੀਆਂ ਇੱਥੇ ਰਵਾਇਤੀ ਪਾਰਟੀਆਂ ਨੇ, ਚਾਹੇ ਉਹ NDP ਹੋਵੇ, ਲਿਬਰਲ ਹੋਵੇ, ਜੇ ਆਪਾਂ ਪਬਲਿਕ ਨੂੰ ਇੱਕ ਸੁਨੇਹਾ ਦੇਣਾ ਚਾਹੀਏ ਇੱਕ ਲਾਈਨ ਦੇ ਵਿੱਚ ਵੀ ਉਹਨਾਂ ਦੋਨਾਂ ਪਾਰਟੀਆਂ ਤੋਂ PC ਪਾਰਟੀ ਕਿਉਂ ਬਿਹਤਰ ਆ ਔਰ ਕਿਉਂ ਉਹਨੂੰ ਇੱਕ ਵਾਰੀ ਹੋਰ ਮੌਕਾ ਦੇਣਾ ਚਾਹੀਦਾ ਔਰ ਉਹਨਾਂ ਨੂੰ ਕਿਉਂ ਨਹੀਂ ਦੇਣਾ ਚਾਹੀਦਾ? ਦੇਖੋ, ਮੈਂ ਸਿਰਫ ਤੁਹਾਨੂੰ ਇਹ ਦੱਸਾਂਗਾ ਕਿ PC ਪਾਰਟੀ ਨੂੰ ਕਿਉਂ ਮੌਕਾ ਦੇਣਾ ਚਾਹੀਦਾ ਹੈਗਾ, ਔਰ ਉਹਦਾ ਕਾਰਨ ਇਹ ਹੈਗਾ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਹੈਗਾ, ਪ੍ਰੋਸਪੈਰਿਟੀ ਦੀ ਗੱਲ ਕਰੀਏ, PC ਪਾਰਟੀ ਹੈਜ਼ ਵਰਕਡ ਹਾਰਡ ਟੂ ਮੇਕ ਸ਼ੋਰ ਕਿ ਨਵੀਆਂ ਜੌਬਸ ਆਉਣ, ਨਵੀਆਂ ਇਨਵੈਸਟਮੈਂਟਸ ਆਉਣ, ਨਵੇਂ ਇਨਫਰਾਸਟਰਕਚਰ, ਨਵੇਂ ਹਾਈਵੇ ਬਣਨ, ਨਵੇਂ ਸਬਵੇ ਬਣਨ, ਲੋਕਾਂ ਨੂੰ ਹੋਰ ਲੋਕੀ ਛੇਤੀ ਘਰ ਆ ਸਕਣ, ਲੋਕੀ ਜ਼ਿਆਦਾ ਟਾਈਮ ਆਪਣੇ ਪਰਿਵਾਰ ਨਾਲ ਲਗਾ ਸਕਣ ਤੇ ਲੋਕੀ ਜ਼ਿਆਦਾ ਕਮਾਈ ਕਰਕੇ ਉਹ ਸੈਲਰੀ ਜਿਹੜੀ ਹੈਗੀ ਉਹਨੂੰ ਪ੍ਰੋਵਿੰਸ ਦੀ ਪ੍ਰੋਸਪੈਰਿਟੀ 'ਚ ਆਪਣੇ ਬੱਚਿਆਂ ਦੇ ਉੱਤੇ, ਆਪਣੇ ਉੱਤੇ ਖਰਚ ਕਰ ਸਕਣ। ਇਹ ਸਾਰਾ ਪੋਸੀਬਲ ਹੋਏਗਾ ਜਦ PC ਦੀ ਸਟਰੋਂਗ ਸਟੇਬਲ ਮੈਜੋਰਿਟੀ ਗਵਰਨਮੈਂਟ ਆਏਗੀ।
ਸੋ ਸਾਡੇ ਕੰਨਿਓ ਦੀਪਕ ਜੀ ਤੁਹਾਨੂੰ ਬੈਸਟ ਵਿਸ਼ੇਜ਼ ਆ ਜੀ। ਸੋ ਉਮੀਦ ਆ ਜੀ ਤੁਹਾਨੂੰ ਜਿੱਤ ਕੇ ਦੁਬਾਰਾ ਫੇਰ ਮਿਲਾਂਗੇ। ਸਾਡੇ ਕੰਨਿਓ ਮੋਸਟ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਐਮਪੀਪੀ ਦੀਪਕ ਆਨੰਦ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਪਿਛਲੇ 4 ਸਾਲਾਂ ਦੇ ਵਿੱਚ ਉਹਨਾਂ ਦੀਆਂ ਕੀ ਕਾਰਗੁਜ਼ਾਰੀਆਂ ਰਹੀਆਂ ਨੇ ਤੇ ਜੇ ਉਹ ਦੁਬਾਰਾ ਰੀਇਲੈਕਟ ਹੋ ਕੇ ਆਉਂਦੇ ਨੇ ਤੇ ਕੀ ਉਹ ਪਹਿਲ ਦੇ ਆਧਾਰ ਤੇ ਕਰਨਗੇ। ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਜਿਹੜੀ ਪੀਸੀ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਓਨਟਾਰੀਓ ਦੇ ਜਿਹੜੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਔਰ ਜਿਹੜੇ ਕੀਤੇ ਵਾਅਦੇ ਨੇ ਉਹ ਹਮੇਸ਼ਾ ਹੀ ਪੂਰੇ ਕਰਦੀ ਹੈ। ਸੋ ਕੈਮਰਾਮੈਨ ਆਸ਼ੂ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਮਿਸੀਸਾਗਾ, ਕੈਨੇਡਾ।